व्यूअर्स वेलकम बैक इन अवर प्रोग्राम। ਅਸੀਂ ਅੱਜ ਦੇ ਵਿਚਾਰ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਦੁਬਾਰਾ ਅਨਾਉਂਸ ਕਰ ਦਈਏ ਕਿ ਅੱਜ 9:30 ਵਜੇ ਤੋਂ ਲੈ ਕੇ 10:30 ਵਜੇ ਤੱਕ ਪੈਨਲ ਡਿਸਕਸ਼ਨ ਹੋਵੇਗੀ, ਜਿਸ ਨੂੰ ਹੋਸਟ ਕਰ ਰਹੇ ਨੇ ਅਮਰਵੀਰ ਸਿੰਘ ਜੀ ਐਂਡ ਉਹਨਾਂ ਨਾਲ ਹੋਣਗੇ ਡਾਕਟਰ ਅਮਰਜੀਤ ਸਿੰਘ ਜਿਹੜੇ ਕਿ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਨੇ, और सलीम मलिक जी भी होंगे ਜਿਹੜੇ ਕਿ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਆਗੂ ਨੇ ਔਰ ਬਹੁਤ ਹੀ ਵਧੀਆ ਔਰ ਵੱਡੇ ਜਰਨਲਿਸਟ ਨੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟਿਊਨ ਰਹਿਣਾ। ਔਰ ਹੁਣ ਆਪਾਂ ਅੱਜ ਦੇ ਵਿਚਾਰ ਬਾਰੇ ਡਾਕਟਰ ਸਾਹਿਬ ਕੋਲ ਪੁੱਛਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮਨੁੱਖੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਟੈਂਪਟੇਸ਼ਨਸ ਨੇ ਜੀ ਜਿਹੜੀਆਂ ਸਾਨੂੰ ਆਪਣੇ ਮਕਸਦ ਤੋਂ ਆਪਣੇ ਈਮਾਨ ਤੋਂ ਦੁਲਾਣ ਦੀ ਕੋਸ਼ਿਸ਼ ਕਰਦੀਆਂ ਨੇ। ਜੀ ਇਸਲਾਮ, ਕ੍ਰਿਸਚੀਅਨਿਟੀ, ਜੂਡਿਜ਼ਮ ਦੇ ਵਿੱਚ ਤਾਂ ਸ਼ੈਤਾਨ ਦੀ ਹੋਂਦ ਪਰਮਾਨੈਂਟ ਐਂਟੀਟੀ ਦੇ ਤੌਰ ਤੇ ਮੰਨੀ ਹੋਈ ਹੈ ਕਿ ਡੈਵਲ ਉਵੇਂ ਹੀ ਐਗਜ਼ਿਸਟ ਕਰਦਾ ਹੈ ਜਿਵੇਂ ਰੱਬ ਦੀ ਹੋਂਦ ਹੈ। ਜੀ ਔਰ ਉਸ ਨਾਲ ਜੁੜਿਆ ਹੋਇਆ ਇੱਕ ਵੱਖਰਾ ਇਤਿਹਾਸ ਹੈ ਕਿ ਕਿਵੇਂ ਸ਼ੈਤਾਨ ਕਿਸ ਹੱਦ ਤੱਕ ਚਲਾ ਜਾਂਦਾ ਹੈ ਔਰ ਬਹੁਤ ਸਾਰਿਆਂ ਦੇ ਉੱਤੇ ਸ਼ੈਤਾਨ ਬਹੁਤ ਜਲਦੀ ਕਾਬੂ ਪਾ ਲੈਂਦਾ ਹੈ। ਕਿਉਂਕਿ ਜੇ ਅਸੀਂ ਦੇਖਦੇ ਹਾਂ ਕਿ ਈਮਾਨ ਦੇ ਨਾਲ ਸਿਰਫ ਇੱਕ ਬੇਸ਼ਬਦ ਲਾਣ ਦੀ ਲੋੜ ਹੁੰਦੀ ਹੈ ਤੇ ਉਹ ਬੇਈਮਾਨ ਬਣ ਜਾਂਦਾ ਹੈ। ਸੋ ਜ਼ਾਹਰ ਹੈ ਵੀ ਸ਼ੈਤਾਨ ਜਿਹੜਾ ਹੈ ਉਹ ਬੇਈਮਾਨੀ ਦਾ ਜਿਹੜਾ ਹੈ ਉਹ ਐਪੀਟੋਮ ਹੈ, ਉਸ ਦਾ ਉਹ ਸਿਖਰ ਹੈ। ਔਰ ਜ਼ਾਹਰ ਹੈ ਕਿ ਈਮਾਨ ਰੱਬ ਦੇ ਨਾਲ ਜੋੜਦਾ ਹੈ। ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਥਰਸਡੇ ਵੀਰਵਾਰ ਅਸੀਂ ਭਗਤ ਨਾਮਦੇਵ ਜੀ ਜਿਹੜੇ ਕਿ ਮਹਾਰਾਸ਼ਟਰ ਦੇ ਮਰਾਠਾ ਓਰੀਜਨ ਦੇ ਪਰ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਸ਼ੂਦਰ ਬਣਾਇਆ ਹੋਇਆ ਸੀ, ਛੀਂਬਾ ਜਿਹੜੇ ਨੇ ਕਲੈਨ ਨਾਲ ਉਹਨਾਂ ਦਾ ਸੰਬੰਧ ਸੀ, ਔਰ ਉਹਨਾਂ ਨੂੰ ਕਿਵੇਂ ਬ੍ਰਾਹਮਣਾਂ ਨੇ ਬੇਪਤ ਕੀਤਾ, ਕਿਵੇਂ ਮੰਦਰ ਚੋਂ ਕੱਢਿਆ, ਕਿਵੇਂ ਉਸ ਨੂੰ ਉਹਨਾਂ ਨੇ ਫਿਰ ਆਪਣਾ ਜਿਸ ਹੱਦ ਤੱਕ ਉਹਨਾਂ ਨੂੰ ਰੱਬ ਦੇ ਨਾਲ ਕੁਰਬਤ ਹਾਸਲ ਸੀ, ਇਹ ਉਹਨਾਂ ਨੂੰ ਸ਼ਰਫ ਹਾਸਲ ਹੈ ਕਿ ਉਹਨਾਂ ਦੀ ਬਾਣੀ, ਉਹਨਾਂ ਦੇ ਕਲਾਮ ਦੇ 59 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ 1604 'ਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਹੋਣ ਦੇ ਵਿੱਚ ਆਈ ਉਹਦੇ 'ਚ ਸ਼ਾਮਲ ਕੀਤੇ। ਅਸੀਂ ਉਹਨਾਂ ਦੀ ਬਾਣੀ ਦੇ ਉੱਤੇ ਵੀਰਵਾਰ ਵਿਚਾਰ ਕਰਦੇ। ਆਲਰੇਡੀ ਅਸੀਂ 44 ਸ਼ਬਦ 59 ਚੋਂ ਵਿਚਾਰ ਚੁੱਕੇ ਹਾਂ। ਅੱਜ ਦਾ ਜਿਹੜਾ ਸ਼ਬਦ ਹੈ ਇਹ ਵੀ ਅਸੀਂ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਫੋਰਬਿਡਨ ਚੀਜ਼ਾਂ ਨੇ, ਮਨਾਹੀ ਦੀਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਅਸੀਂ ਕੁਰੈਤ ਵੀ ਕਹਿੰਦੇ ਹਾਂ, ਉਹ ਕਰਦੇ ਔਰ ਫਿਰ ਵੀ ਅਸੀਂ ਜਿਹੜਾ ਉਹ ਸਭ ਨੂੰ ਦੇਖ ਕੇ ਵੀ ਸਾਨੂੰ ਸਮਝ ਨਹੀਂ ਆਉਂਦੀ ਕਿ ਅਲਟੀਮੇਟਲੀ ਸਾਡਾ ਹਾਲ ਕੀ ਹੋਏਗਾ। ਰੱਬ ਦੇ ਸਾਹਮਣੇ ਅਸੀਂ ਜਿਹੜਾ ਹੈ ਉਹ ਹਿਸਾਬ ਕਿਤਾਬ ਵੀ ਦੇਣਾ। ਸੋ ਭਗਤ ਜੀ ਫਰਮਾਉਂਦੇ ਨੇ, ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਘਾਲੈ ਧੰਦਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਅੰਤ ਕੀ ਬਾਰ ਮੁਆ ਲਪਟਾਨਾ ਪਾਪੀ ਕਾ ਕਰ ਅਗਨੇ ਮਾਹੇ ਜਲਤ ਰਹਿ ਮਿਟਵੈ ਕਬ ਨਾ ਹੈ ਰਹਾਓ। ਸੋ ਜ਼ਾਹਰ ਹੈ ਇੱਕ ਅੱਗ ਬਾਹਰ ਹੈ ਜਿਹੜੀ ਕਿ ਸਾੜ ਦਿੰਦੀ ਹੈ ਹਰ ਚੀਜ਼ ਨੂੰ। ਇੱਕ ਵਿਕਾਰਾਂ ਦੀ ਅੱਗ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅੱਗ ਸਾਡੇ ਅੰਦਰ ਹੈ ਜਿਸ ਦੇ ਵਿੱਚ ਅਸੀਂ ਸਦਾ ਸੜਦੇ ਰਹਿੰਦੇ ਹਾਂ। ਸੋ ਰਹਾਓ ਦੀ ਤੁਕ ਹੈ, ਪਾਪੀ ਕਾ ਘਰ ਅਗਨੇ ਮਾਹੇ, ਕਿ ਜਿਹੜਾ ਵਿਕਾਰਾਂ ਦੇ ਵਿੱਚ, ਉਹਨਾਂ ਚੀਜ਼ਾਂ ਦੇ ਵਿੱਚ, ਐਬਾਂ ਦੇ ਵਿੱਚ ਫਸਿਆ ਹੋਇਆ ਮਨ ਨੂੰ ਅੱਗ ਦੇ ਘਰ ਵਿੱਚ ਰਹਿੰਦਾ ਹੈ। ਕਿਉਂਕਿ ਚਤੇ ਪੈਰ ਉਹਦੇ ਅੰਦਰ ਉਹੀ ਅੱਗ ਹੁੰਦੀ ਆ, ਉਵੇਂ ਹੀ ਉਹ ਸੋਚਦਾ ਹੈ, ਫਿਰ ਉਵੇਂ ਹੀ ਕਰਦਾ ਹੈ। ਉਸ ਅੱਗ ਦੇ ਵਿੱਚ ਉਹ ਸੜ ਰਿਹਾ ਹੁੰਦਾ, ਜਿਹੜੀ ਪਾਪਾਂ ਦੀ ਅੱਗ ਹੈ, ਜਿਹੜੀ ਗੁਨਾਹ ਦੀ ਅੱਗ ਹੈ, ਉਹ ਹੀ ਉਹਨੂੰ ਸਾੜ ਰਹੀ ਹੁੰਦੀ ਹੈ। ਜਲਤ ਰਹਿ ਮਿਟਵਿਆ ਕਬ ਨਾਹੀਂ, ਕਿ ਉਹ ਉਹਦੇ 'ਚ ਹੀ ਸੜਦਾ ਰਹਿੰਦਾ ਹੈ। ਕਦੇ ਉਸ ਦੀ ਜਿਹੜੀ ਅੱਗ ਦੇ ਵਿੱਚ ਸੇਕ ਹੈ ਉਸ ਤੋਂ ਉਹ ਸੁਰਖਰੂ ਨਹੀਂ ਹੁੰਦਾ, ਪਰ ਉਹਨੂੰ ਹੀ ਉਹ ਸਵਾਦ ਸਮਝਦਾ। ਜਦੋਂ ਅਸੀਂ ਅਦਰਵਾਈਜ਼ ਕੋਈ ਕਿਉਂ ਕਿਸੇ ਚੀਜ਼ 'ਚ ਫਸਿਆ ਰਹੇਗਾ, ਉਹਨੂੰ ਉਹਦੇ 'ਚੋਂ ਹੀ ਲੱਗਦਾ ਹੈ ਕਿ ਬਈ ਇਹੀ ਮੇਰਾ ਜਿਹੜਾ ਸਭ ਕੁਝ ਹੈ। ਔਰ ਇਹ ਇਵੇਂ ਹੀ ਹੈ ਜਿਵੇਂ ਅਸੀਂ ਦੇਖਦੇ ਹਾਂ ਕਿ ਭਾਈ ਜੇ ਕੁੱਤੇ ਨੂੰ ਹੱਡੀ ਦਾ ਸਵਾਦ, ਜਦੋਂ ਇਹ ਅਖਾਣ ਇਸਤੇਮਾਲ ਕੀਤਾ ਜਾਂਦਾ ਹੁੰਦਾ, ਇਹ ਹੈ ਵੀ ਕੁੱਤਾ ਹੱਡੀ ਨੂੰ ਚੱਬਦਾ, ਹੱਡੀ ਉਹਦੇ ਮਸੂੜਿਆਂ 'ਚ ਵੱਜਦੀ ਹੈ, ਜਾ ਕੇ ਉਸ 'ਚੋਂ ਖੂਨ ਨਿਕਲਦਾ, ਖੂਨ ਦਾ ਉਹਨੂੰ ਸਵਾਦ ਆਉਂਦਾ, ਉਹਨੂੰ ਲੱਗਦਾ ਵੀ ਇਹ ਹੱਡੀ 'ਚੋਂ ਨਿਕਲ ਰਿਹਾ, ਉਹਨੂੰ ਹੋਰ ਚੱਬਦਾ। ਉਹ ਆਪਣਾ ਹੀ ਖੂਨ ਪੀ ਰਿਹਾ ਹੁੰਦਾ ਹੈ, ਲੇਕਿਨ ਉਹਨੂੰ ਹੱਡੀ ਦਾ ਇਵੇਂ ਹੀ ਜਿਹੜੇ ਵਿਕਾਰਾਂ ਦੇ ਵਿੱਚ ਫਸੇ ਹੋਏ ਨੇ, ਗੁਰੂ ਸਾਹਿਬ ਨੇ ਫਰਮਾਇਆ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ। ਜਿਵੇਂ ਬੋਰੈਕਸ ਜਿਹੜਾ ਉਹ ਸੋਨੇ ਨੂੰ ਢਾਲਣ ਲਈ ਜ਼ਰੂਰੀ ਹੁੰਦਾ ਹੈ, ਇਵੇਂ ਹੀ ਜਿਹੜਾ ਲਸਟ ਹੈ
ਔਰ ਐਂਗਰ ਹੈ, ਕ੍ਰੋਧ ਜਿਹਨੂੰ ਚੰਡਾਲ ਕਿਹਾ ਗੁਰੂ ਸਾਹਿਬ ਨੇ, ਜੀ। ਕਾਇਆ ਕੋ ਗਾਲ ਹੈ, ਇਹ ਤੁਹਾਡੇ ਸਰੀਰ ਨੂੰ ਗਾਲ ਦਿੰਦਾ ਹੈ। ਸੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ ਕਿ ਵੀ ਇਹੋ ਜਿਹੇ ਵੀ ਵਿਕਾਰੀ ਮਨੁੱਖ ਨੇ, ਅੰਨੇ, ਜੀ ਜਿਹੜੇ ਆਪਣੇ ਘਰ ਦੀ ਇਸਤਰੀ ਨੂੰ, ਆਪਣੀ ਅਹਿਲੀਆ ਨੂੰ, ਆਪਣੀ ਵਾਈਫ ਨੂੰ, ਆਪਣੀ ਪਤਨੀ ਨੂੰ ਛੱਡ ਕੇ ਹੋਰ ਥਾਂ ਦੇ ਉੱਤੇ, ਜਿਹਨੂੰ ਪੰਜਾਬੀ ਚ ਅਸੀਂ ਕਹਿੰਦੇ ਆ ਖੇ ਖਾਂਦੇ ਨੇ, ਜੀ ਇੱਕ ਉਹ ਪਰ ਨਾਰੀ ਸਿਓ ਘਾਲੈ, ਜੈਸੇ ਸਿੰਬਲ ਦੇਖ ਸੂਆ ਬਿਕਸਨ, ਸੂਆ ਕਹਿੰਦੇ ਨੇ ਤੋਤੇ ਨੂੰ। ਜੀ। ਹੁਣ ਤੋਤਾ ਜਿਹੜਾ ਹੈ ਪੰਜਾਬ ਦੀ ਲੈਂਡਸਕੇਪ ਚ ਸਿੰਬਲ ਦਾ ਦਰਖਤ ਹੁੰਦਾ ਹੈ, ਬੜਾ ਲੰਬਾ ਚੌੜਾ ਹੈ, ਔਰ ਤੋਤੇ ਲਈ ਉਹ ਬੜਾ ਚੰਗਾ ਹੁੰਦਾ ਹੈ। ਉਹ ਸਿੰਬਲ ਰੁੱਖ ਸਰਾਏ ਰਾਤ ਦੀਰਘ ਅਤ ਮੁੱਚ, ਬੜਾ ਵੱਡਾ ਹੁੰਦਾ ਹੈ, ਚੌੜਾ ਹੁੰਦਾ ਹੈ, ਗੁਰੂ ਸਾਹਿਬ ਨੇ ਫਰਮਾਇਆ। ਜੀ ਤੇ ਭਗਤ ਜੀ ਕਹਿੰਦੇ ਨੇ ਕਿ ਜਿਵੇਂ ਤੋਤਾ ਜਿਹੜਾ ਹੈ ਉਹ ਸਿੰਬਲ ਦੇ ਦਰਖਤ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਹੈ, ਅੰਤ ਕੀ ਬਾਰ ਮੂਆ ਲਪਟਾਨਾ, ਮਰਦਾ ਫਿਰ ਉੱਥੇ ਹੀ ਹੈ ਲਟਕ ਕੇ। ਇਸੇ ਤਰ੍ਹਾਂ ਜਿਹੜਾ ਵਕਾਰੀ ਮਨੁੱਖ ਹੈ, ਜਿਹੜਾ ਆਪਣੇ ਈਮਾਨ ਨੂੰ ਛੱਡ ਕੇ ਦੂਸਰੀ ਥਾਂ ਤੇ ਖੱਜਲ ਖੁਆਰ ਹੁੰਦਾ ਹੈ, ਐਂਡ ਉਹਦਾ ਇਹੀ ਹੁੰਦਾ ਹੈ ਕਿ ਉਹਦੇ 'ਚ ਫਿਰ ਉਹਦੇ ਪੱਲੇ ਪਛਤਾਵਾ ਹੀ ਹੁੰਦਾ ਹੈ। ਹਰ ਕੀ ਭਗਤ ਨਾ ਦੇਖਿਆ ਜਾਏ, ਮਾਰਗ ਛੋੜ ਅਮਾਰਗ ਪਾਏ, ਮੂਲੋਂ ਭੂਲਾ ਆਵੇ ਜਾਏ, ਅੰਮ੍ਰਿਤ ਡਾਰ ਲਾਦ ਬਿਖ ਖਾਏ। ਕਿ ਇਹ ਉਹ ਲੋਕ ਨੇ ਕਿ ਜਿਨ੍ਹਾਂ ਨੂੰ ਰੱਬ ਦੀ ਬੰਦਗੀ ਦਾ ਧਿਆਨ ਨਹੀਂ ਹੁੰਦਾ, ਠੀਕ ਰਸਤੇ ਤੇ ਚੱਲਣਾ ਉਹਨਾਂ ਨੂੰ ਭੁੱਲਿਆ ਹੁੰਦਾ ਹੈ, ਉਹ ਗਲਤ ਰਸਤੇ ਤੇ ਚੱਲਦੇ ਨੇ। ਅਮਾਰਗ ਮੂਲੋਂ ਭੁੱਲਾ ਆਵੇ ਜਾਏ, ਅੰਮ੍ਰਿਤ ਡਾਰ ਲਾਦ ਬਿਖ, ਇਹ ਉਹ ਨੇ ਫਿਰ ਜਿਹੜੇ ਜਨਮ ਮਰਨ ਦੇ ਚੱਕਰ 'ਚ ਵੀ ਰਹਿੰਦੇ ਨੇ। ਅੰਮ੍ਰਿਤ ਨੂੰ ਡਾਰ ਹੁੰਦਾ ਡੋਲ ਦੇਣਾ, ਕਿ ਉਹ ਅੰਮ੍ਰਿਤ ਨੂੰ ਡੋਲ ਕੇ ਲਾਦ ਬਿਖ ਖਾਏ, ਜ਼ਹਿਰ ਨੂੰ ਪੀਂਦੇ ਨੇ। ਵਿਕਾਰਾਂ ਦੇ ਵਿੱਚ ਜੀਣਾ, ਇਸ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਡਿਜ਼ਾਇਰਸ ਦੀ ਅੱਗ ਦੇ ਵਿੱਚ ਸੜਨਾ, ਇਹ ਉਵੇਂ ਹੀ ਹੈ ਜਿਵੇਂ ਜ਼ਹਿਰ ਪੀਣਾ। ਤੇ ਰੱਬ ਦੀ ਇਬਾਦਤ, ਰੱਬ ਦੀ ਯਾਦ ਇਵੇਂ ਹੀ ਹੈ ਜਿਹੜੀ ਤੁਹਾਡੀ ਰੂਹ ਨੂੰ ਤਰੋਤਾਜ਼ਾ ਰੱਖਦੀ ਹੈ, ਤੁਹਾਡੇ ਅੰਦਰ ਇੱਕ ਵਿਸ਼ਵਾਸ ਬਣਾਈ ਰੱਖਦੀ ਹੈ। ਔਰ ਤੁਸੀਂ ਨਾਨਕ ਭਗਤਾਂ ਸਦਾ ਵਿਗਾਸ, ਤੁਸੀਂ ਦੁੱਖ ਪਾਪ ਕਾ ਨਾਸ, ਰੱਬ ਦੇ ਬੰਦੇ ਜਿਹੜੇ ਨੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਸਭ ਕੁਝ ਭਾਣੇ ਦੇ ਵਿੱਚ ਨਜ਼ਰ ਆਉਂਦਾ। ਫਿਰ ਭਗਤ ਜੀ ਫਰਮਾਉਂਦੇ ਨੇ, ਜਿਉ ਬੇਸਵਾ ਕੇ ਪਰੈ ਅਖਾਰਾ, ਕਾਪਰ ਪਹਿਰ ਕਰੇ ਸਿਗਾਰਾ, ਪੂਰੇ ਤਾਲ ਨਿਹਾਲੇ ਸਾਸ, ਵਾਕੇ ਗਲੇ ਜਮ ਕਾ ਹੈ ਫਾਸ। ਸੋ ਕਾਲਡ ਐਂਟਰਟੇਨਮੈਂਟ ਉਹਨਾਂ ਜ਼ਮਾਨਿਆਂ ਦੇ ਵਿੱਚ ਉਹੀ ਜਿਹੜਾ ਨਾਚੀਆਂ ਦੇ ਕੋਠਿਆਂ ਦੇ ਉੱਤੇ ਲੋਕ ਦੇਖਣ ਜਾਂਦੇ ਸੀ ਨਾਚ। ਹੁਣ ਮੈਂ ਕੀ ਕਹਾਂ, ਅੱਜ ਕੱਲ ਕੀ ਆ ਗਿਆ। ਸੋ ਇਸ ਨੂੰ ਕਿ ਵੀ ਕਿਵੇਂ ਜਿਹੜੀ ਉਹ ਡਾਂਸਰ ਹੈ ਉਹ ਆਪਣੀ ਪੂਰੀ ਸੁਰ ਦੇ ਨਾਲ ਗਾਉਂਦੀ ਹੈ, ਉਹਨੇ ਆਪਣਾ ਤਮਾਸ਼ਾ ਰਚਾਇਆ ਹੁੰਦਾ ਹੈ ਬੜੇ ਸ਼ਿੰਗਾਰ ਕਰਕੇ, ਪਰ ਇਨ ਦਾ ਐਂਡ ਉਹਨੂੰ ਭੁੱਲ ਜਾਂਦਾ ਹੈ ਵੀ ਅਲਟੀਮੇਟਲੀ ਮੌਤ ਜਮ ਕੀ ਫਾਂਸੀ ਜਿਹੜੀ ਹੈ ਉਹ ਉਹਦੇ ਗਲ ਵੀ ਪੈਣੀ ਹੈ। ਔਰ ਅਖੀਰ ਚ ਭਗਤ ਜੀ ਨੇ ਫਰਮਾਇਆ, ਜਾਂ ਕੇ ਮਸਤਕ ਲਿਖਿਓ ਕਰਮ, ਸੋ ਭਜ ਪਰ ਹੈ ਗੁਰ ਕੀ ਸਰਨਾ, ਕਹਿਤ ਨਾਮ ਦਿਓ ਇਹੋ ਵਿਚਾਰ, ਇਨ ਬਿਦ ਸੰਤੋ ਉਤਰੋ ਪਾਰ। ਕਿ ਭਾਈ ਜਿਨ੍ਹਾਂ ਦੇ ਉੱਤੇ ਰੱਬ ਦਾ ਕਰਮ ਹੈ, ਰੱਬ ਦੀ ਰਹਿਮਤ ਹੈ, ਰੱਬ ਦੀ ਬਖਸ਼ਿਸ਼ ਹੈ, ਜਾਂ ਕੇ ਮਸਤਕ ਲਿਖਿਓ ਕਰਮਾ, ਸੋ ਭਜ ਪਰ ਹੈ ਗੁਰ ਕੀ ਸਰਨਾ, ਉਹ ਗੁਰੂ ਦੀ ਸ਼ਰਨ ਚ ਪੈਂਦੇ ਨੇ ਔਰ ਗੁਰੂ ਦੀ ਸ਼ਰਨ ਚ ਪੈ ਕੇ ਬੰਦਗੀ ਇਬਾਦਤ ਦਾ ਰਸਤਾ ਚੁਣਦੇ ਨੇ। ਔਰ ਨਾਮਦੇਵ ਜੀ ਫਰਮਾਉਂਦੇ ਨੇ ਕਿ ਇਹੀ ਅਸਲੀ ਵਿਚਾਰ ਹੈ, ਇਨ ਬਿਦ ਸੰਤੋ ਉਤਰੋ ਪਾਰ। ਹੈ ਰੱਬ ਦੇ ਬੰਦਿਓ, ਭਲੇ ਲੋਕੋ, ਜੇ ਰੱਬ ਦੇ ਨਾਲ ਜੁੜ ਜਾਓਗੇ, ਰੱਬ ਦੀ ਇਬਾਦਤ ਚਾਹੋਗੇ, ਰੱਬ ਦੀ ਯਾਦ ਚਾਹੋਗੇ, ਤੇ ਫਿਰ ਇਹ ਜਿਹੜੀ ਅੱਗ ਜਿਸ ਬਹੁਤੇ ਲੋਕ ਸੜ ਰਹੇ ਨੇ ਦਿਨ ਰਾਤ, ਡਿਜ਼ਾਇਰਸ ਦੀ, ਵਿਕਾਰਾਂ ਦੀ, ਉਸ ਤੋਂ ਤੁਹਾਡਾ ਬਚਾਅ ਹੋਵੇਗਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬੜਾ ਸਾਰਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।